BTV देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਗਲੋਬਲ ਅਫੇਅਰਸ ਕੈਨੇਡਾ ਗਾਜ਼ਾ ਪੱਟੀ ਤੋਂ ਰੋਜ਼ਾਨਾ ਹੋਰ ਕ੍ਰੋਸਿੰਗ ਲਈ ਤਿਆਰ। ਬੀਤੇ ਦਿਨ ਰਫਾ ਬਾਰਡਰ ਕ੍ਰੋਸਿੰਗ ਦੀ ਜਾਰੀ ਲਿਸਟ 'ਚ ਨਹੀਂ ਸੀ ਕੈਨੇਡਾ ਦਾ ਨਾਮ। ओंटारियो ਵਿੱਚ ਬਾਲ ਜਿੰਸੀ ਸ਼ੋਸ਼ਣ ਦੇ ਮਾਮਲੇ ਵਿੱਚ 10 ਵਿਅਕਤੀ गिरफ्तार। ਮੁਲਜ਼ਮਾਂ ਖਿਲਾਫ 39 ਦੋਸ਼ ਦਰਜ। पुतिन ने न्यूक्लियर टेस्ट बैन ट्रीटी दी रूसी प्रवानगी नूं रद्द करने वाले बिल ते कीते दस्तखत। फेमस रैप स्टार टूपैक शकूर दे कतल मामले च ड्वेन डेविस ने कतल लई दोषी ना होने दी कीती बेनती। ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੀ ਹੈ ਕਿ ਜੰਗ ਦੇ ਖੇਤਰ ਦਾ ਸ਼ਿਕਾਰ ਹੋਈ ਗਾਜ਼ਾ ਪੱਟੀ ਨੂੰ ਛੱਡ ਕੇ ਮਿਸਰ ਵੱਲ ਵਿਦੇਸ਼ੀ ਨਾਗਰਿਕਾਂ ਦਾ ਪ੍ਰਵਾਹ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹੇਗਾ। ਜਿਵੇਂ ਕਿ ਕੈਨੇਡੀਅਨਸ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਹ ਯਾਤਰਾ ਕਰਨ ਲਈ ਚੁਣਦੇ ਹਨ ਤਾਂ ਉਹਨਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਗਲੋਬਲ ਅਫੇਅਰਸ ਕੈਨੇਡਾ ਨੇ ਲੰਘੇ ਬੁੱਧਵਾਰ ਰਾਤ ਨੂੰ ਕਿਹਾ ਕਿ ਉਹ ਉਹਨਾਂ ਰਿਪੋਰਟਾਂ ਤੋਂ ਜਾਣੂ ਸੀ ਕਿ ਇੱਕ ਕੈਨੇਡੀਅਨ ਨਾਗਰਿਕ ਤੀਜੀ ਧਿਰ ਦੀ ਮਦਦ ਨਾਲ ਰਫਾ ਬਾਰਡਰ ਕ੍ਰੋਸਿੰਗ ਤੇ ਫਲਸਤੀਨੀ ਖੇਤਰ ਛੱਡਣ ਦੇ ਯੋਗ ਸੀ, ਪਰ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਗਾਜ਼ਾ ਵਿੱਚ ਬਾਰਡਰ ਕ੍ਰੋਸਿੰਗ ਲਈ ਜਨਰਲ ਅਥਾਰਟੀ ਦੁਆਰਾ ਲੰਘੇ ਬੁੱਧਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਲੋਕਾਂ ਦੀ ਸੂਚੀ ਵਿੱਚ ਆਸਟ੍ਰੇਲੀਆ, ਆਸਟਰੀਆ, ਬੁਲਗਾਰੀਆ, ਚੈਕ ਰਿਪਬਲਿਕ, ਫਿਨਲੈਂਡ, ਜਾਪਾਨ ਅਤੇ ਜਾਰਡਨ ਦੇ ਨਾਗਰਿਕ ਸ਼ਾਮਲ ਹਨ, ਪਰ ਕੈਨੇਡਾ ਨਹੀਂ। ਵਿਭਾਗ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਗਾਜ਼ਾ ਵਿੱਚ ਨਾਗਰਿਕਾਂ ਦੀ ਸਭ ਤੋਂ ਵੱਡੀ ਟੁਕੜੀ ਹੈ, ਜਿਸ ਨੇ ਸ਼ੁਰੂਆਤੀ ਸੂਚੀ ਵਿੱਚ ਦੇਸ਼ਾਂ ਨੂੰ ਨੋਟ ਕੀਤਾ ਸੀ ਕਿ ਖੇਤਰ ਵਿੱਚ ਘੱਟ ਨਾਗਰਿਕ ਸਨ। ਅਤੇ ਇਸ ਦੇ ਨਾਲ ਹੀ ਵਿਭਾਗ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ ਹੋਰ ਕ੍ਰੋਸਿੰਗ ਦੀ ਉਮੀਦ ਕਰਦੇ ਹਾਂ। ਇਸ ਦੌਰਾਨ ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲਨੀ ਜੋਲੀ ਨੇ ਕਿਹਾ ਕਿ ਉਹਨਾਂ ਨੇ ਸੁਣਿਆ ਹੈ ਕਿ ਇੱਕ ਹੋਰ ਮੌਕਾ ਹੋ ਸਕਦਾ ਹੈ ਜਿੱਥੇ ਲੋਕਾਂ ਨੂੰ ਗਾਜ਼ਾ ਤੋਂ ਬਾਹਰ ਕੱਢਿਆ ਜਾਵੇਗਾ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਸ ਵਿੱਚ ਕੈਨੇਡੀਅਨ ਸ਼ਾਮਲ ਹੋਣਗੇ ਜਾਂ ਨਹੀਂ। ओंटारियो ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪ੍ਰੋਜੈਕਟ ਲਾਈਮਸਟੋਨ ਨਾਮਕ ਇੱਕ ਆਨਲਾਈਨ ਬੱਚਿਆਂ ਨੂੰ ਲੁਭਾਉਣ ਅਤੇ ਜਿਨਸੀ ਸ਼ੋਸ਼ਣ ਦੀ ਜਾਂਚ ਵਿੱਚ ਕੁੱਲ 39 ਦੋਸ਼ ਲਗਾਏ ਗਏ ਹਨ ਅਤੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਉੱਤਰੀ ओंटारियो ਦੇ 4 ਵਿਅਕਤੀ ਸ਼ਾਮਲ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਅਪਰਾਧੀ ਤੇ ਵਾਰ-ਵਾਰ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ, ਜੋ ਜ਼ਮਾਨਤ ਤੇ ਬਾਹਰ ਸੀ। ओंटारियो प्रोविंशियल पुलिस ने कहा कि एक अडल्ट ਨੂੰ ਆਨਲਾਈਨ ਇੱਕ ਬੱਚੇ ਦੇ ਰੂਪ ਵਿੱਚ ਇੱਕ ਗੁਪਤ ਜਾਂਚਕਰਤਾ ਨਾਲ ਗੱਲ ਕਰਨਾ ਸ਼ੁਰੂ ਕਰਨ ਅਤੇ ਉਹਨਾਂ ਨੂੰ ਮਿਲਣ ਲਈ ਇੱਕ ਸਥਾਨ ਤੇ ਪਹੁੰਚਣ ਵਿੱਚ ਸਿਰਫ 1.5 ਘੰਟੇ ਦਾ ਸਮਾਂ ਲੱਗਾ। ਦੂਸਰੇ ਮੁਲਜ਼ਮ ਕੈਂਡੀ, ਖਿਡੌਣਿਆਂ ਤੇ ਜਿਨਸੀ ਸਮਾਨ ਦੇ ਨਾਲ ਪਹਿਲਾਂ ਤੋਂ ਨਿਰਧਾਰਤ ਸਥਾਨ ਤੇ ਪਹੁੰਚੇ ਹੋਏ ਸੀ। ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ओंटारियो प्रोविंशियल ਪੁਲਿਸ ਨੇ ਲੰਘੇ ਵੀਰਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕੀਤਾ। ਬਾਲ ਜਿਨਸੀ ਸ਼ੋਸ਼ਣ ਦੇ ਮੁਲਜ਼ਮਾਂ ਨੂੰ ਫੜਨ ਲਈ ਪ੍ਰੋਜੈਕਟ ਲਾਈਮਸਟੋਨ ਚਲਾਇਆ ਗਿਆ ਸੀ ਅਤੇ ਇਹ ਪ੍ਰੋਜੈਕਟ 4 ਦਿਨ ਤੱਕ ਚੱਲਿਆ, ਜਿਸ ਵਿੱਚ 10 ਵਿਅਕਤੀ ਹਾਲੇ ਤੱਕ ਗ੍ਰਿਫਤਾਰ ਹੋਏ ਨੇ। ਪ੍ਰੋਜੈਕਟ ਲਾਈਮਸਟੋਨ ਗ੍ਰੇਟਰ ਸਡਬਰੀ, ਨਾਰਥ ਬੇ, ਸੂ ਸੈਂਟ ਮਰੀ, ਡਰਹਮ, ਯੋਰਕ ਅਤੇ ਪੀਲ, ਜੋ 12 ਅਤੇ 15 ਸਤੰਬਰ ਦੇ ਵਿਚਕਾਰ ਹੋਇਆ ਸੀ, ਇਹ OPP ਅਤੇ ਮਿਊਨਿਸਪਲ ਪੁਲਿਸ ਏਜੰਸੀਆਂ ਵਿਚਕਾਰ ਇੱਕ ਸਹਿਯੋਗੀ ਯਤਨ ਸੀ। 10 ਸ਼ੱਕੀਆਂ ਵਿਚਕਾਰ ਕੁੱਲ 55 ਡਿਵਾਈਸ ਜ਼ਬਤ ਕੀਤੇ ਗਏ ਹਨ। ਇੱਕ ਇੰਟਰਵਿਊ ਦੌਰਾਨ ਨਾਰਥ ਵੇ ਪੁਲਿਸ ਸੇਵਾ ਦੇ ਸਕੌਟ ਮੈਕਫਾਰਲੇਨ ਨੇ ਕਿਹਾ ਕਿ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਵਿੱਚ ਵਾਧੇ ਦੇ ਨਾਲ ਕੀ ਨਹੀਂ ਹੋ ਰਿਹਾ। ਇਹ ਉਹਨਾਂ ਵਿਅਕਤੀਆਂ ਦੀ ਸੰਭਾਵਨਾਵਾਂ ਨੂੰ ਵਧਾਉਂਦਾ ਹੈ ਜੋ ਬੱਚਿਆਂ ਦਾ ਸ਼ਿਕਾਰ ਕਰਨਾ ਪਸੰਦ ਕਰਦੇ ਹਨ ਅਤੇ ਅਜਿਹੀ ਸਥਿਤੀ ਬਹੁਤ ਚਿੰਤਾਜਨਕ ਹੈ। ओंटारियो ਸਰਕਾਰ ਅਨੁਮਾਨਿਤ ਘਾਟੇ ਤੋਂ ਵੱਡੇ ਹੋਣ ਦੀ ਭਵਿੱਖਬਾਣੀ ਕਰ ਰਹੀ ਹੈ, ਜਦੋਂ ਕਿ ਕਮਿਊਨਿਟੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੇਂ ਇਨਫਰਾਸਟ੍ਰਕਚਰ ਬੈਂਕ ਵਿੱਚ $3 ਬਿਲੀਅਨ ਵਾਧੂ ਨਿਵੇਸ਼ ਕਰਨ ਦਾ ਵਾਅਦਾ ਵੀ ਕਰ ਰਹੀ ਹੈ। 2025 ਤੱਕ ਬਜਟ ਨੂੰ ਸੰਤੁਲਿਤ ਕਰਨ ਦਾ ਵਾਅਦਾ ਕਰਨ ਤੋਂ 8 ਮਹੀਨਿਆਂ ਬਾਅਦ ਪ੍ਰੋਵਿੰਸ 2023-24 ਲਈ $5.6 ਬਿਲੀਅਨ ਦੇ ਘਾਟੇ ਦਾ ਅਨੁਮਾਨ ਲਗਾ ਰਿਹਾ ਹੈ। ਮਾਰਚ ਵਿੱਚ ਇਸ ਸਾਲ ਦੇ ਬਜਟ ਵਿੱਚ $1.3 ਬਿਲੀਅਨ ਦੇ ਘਾਟੇ ਦੀ ਭਵਿੱਖਬਾਣੀ ਤੋਂ ਇਹ ਇੱਕ ਬਹੁਤ ਜ਼ਿਆਦਾ ਹੋਇਆ ਵਾਧਾ ਹੈ। ਸਰਕਾਰ ਦੇ ਗਿਰਾਵਟ ਦੇ ਆਰਥਿਕ ਬਿਆਨ ਦੇ ਅਨੁਸਾਰ ਜੋ ਲੰਘੇ ਵੀਰਵਾਰ ਨੂੰ ਜਾਰੀ ਕੀਤਾ ਗਿਆ ਸੀ, ਇਸ ਤੋਂ ਬਾਅਦ 2024-25 ਵਿੱਚ $5.3 ਬਿਲੀਅਨ ਦਾ ਘਾਟਾ ਅਤੇ 2025-26 ਵਿੱਚ $500 ਮਿਲੀਅਨ ਦਾ ਸਰਪਲਸ ਹੋਵੇਗਾ। ਮਾਰਚ ਵਿੱਚ ਸਰਕਾਰ ਨੇ 2024-25 ਵਿੱਚ $200 ਮਿਲੀਅਨ ਦੇ ਇੱਕ ਛੋਟੇ ਸਰਪਲਸ ਦਾ ਅਨੁਮਾਨ ਲਗਾਇਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੇਂ ਅੰਕੜੇ ਅਪਡੇਟ ਕੀਤੀ ਆਰਥਿਕ ਮਾਲੀਆ ਜਾਣਕਾਰੀ ਅਤੇ ਉੱਚ ਸੰਭਾਵਿਤ ਸਥਿਤੀਆਂ ਨੂੰ ਦਰਸਾਉਂਦੇ ਹਨ, ਨਾਲ ਹੀ ਅਗਲੇ 2 ਸਾਲਾਂ ਲਈ ਹੌਲੀ ਆਰਥਿਕ ਵਿਕਾਸ ਦੇ ਅਨੁਮਾਨਾਂ ਨੂੰ ਦਰਸਾਉਂਦੇ ਹਨ। ਸਰਕਾਰ ਨੇ ਉੱਚ ਮੁਦਰਾ ਸਫੀਤੀ ਅਤੇ ਬੈਂਕ ਆਫ ਕੈਨੇਡਾ ਦੀ ਵਿਆਜ ਦਰ ਵਧਣ ਦਾ ਹਵਾਲਾ ਵੀ ਦਿੱਤਾ ਹੈ, ਕਿਉਂਕਿ ओंटारियो ਦੇ ਆਰਥਿਕ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਵਾਲੇ 2 ਕਾਰਕ ਹਨ। ਮਾਲੀਆ 2023-24 ਲਈ ਯੋਜਨਾਬੱਧ ਨਾਲੋਂ $2.6 ਬਿਲੀਅਨ ਘੱਟ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ,
ਜਦੋਂ ਕਿ ਪ੍ਰੋਗਰਾਮ ਦੇ ਖਰਚੇ ਉਮੀਦ ਨਾਲੋਂ 2.3 ਬਿਲੀਅਨ ਡਾਲਰ ਤੋਂ ਵੱਧ ਹੋਣ ਦੀ ਉਮੀਦ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਮੁੱਖ ਤੌਰ ਤੇ ਕੰਟੀਨਜੈਂਸੀ ਫੰਡ ਦੀ ਭਰਪਾਈ ਕਾਰਨ ਹੋਇਆ ਹੈ। ਪ੍ਰੋਵਿੰਸ ਨੇ ਇਹ ਵੀ ਕਿਹਾ ਹੈ ਕਿ ਉਹ ਓਨਟਾਰੀਓ ਇਨਫਰਾਸਟ੍ਰਕਚਰ ਬੈਂਕ ਸ਼ੁਰੂ ਕਰੇਗਾ, ਜੋ ਉਹਨਾਂ ਦਾ ਕਹਿਣਾ ਹੈ ਕਿ ਵਿਕਾਸ ਵਿੱਚ ਸੰਸਥਾਗਤ ਨਿਵੇਸ਼ਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਬਾਂਹ ਲੰਬਾਈ ਬੋਰਡ ਦੁਆਰਾ ਸੰਚਾਲਿਤ ਏਜੰਸੀ ਵਜੋਂ ਕੰਮ ਕਰੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਨਤਕ ਖੇਤਰ ਦੀਆਂ ਪੈਨਸ਼ਨ ਯੋਜਨਾਵਾਂ ਅਤੇ ਹੋਰ ਭਰੋਸੇਯੋਗ ਸੰਸਥਾਗਤ ਨਿਵੇਸ਼ਕਾਂ ਅਤੇ ਆਦੀਵਾਸੀ ਭਾਈਚਾਰਿਆਂ ਨੂੰ ਵੱਡੇ ਪੱਧਰ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਅੱਗੇ ਹਿੱਸਾ ਲੈਣ ਦੇ ਯੋਗ ਬਣਾਏਗਾ। ਇਹ ਨਵਾਂ ਇਨਫਰਾਸਟ੍ਰਕਚਰ ਬੈਂਕ ਕਿਵੇਂ ਕੰਮ ਕਰੇਗਾ, ਇਸ ਬਾਰੇ ਕੁਝ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ ਹਨ, ਪਰ ਗਿਰਾਵਟ ਦੇ ਆਰਥਿਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੋਰਡ ਇਹ ਯਕੀਨੀ ਬਣਾਉਣ ਲਈ ਇੱਕ ਵਿਸਤ੍ਰਿਤ ਪ੍ਰਕਿਰਿਆ ਵਿਕਸਿਤ ਕਰੇਗਾ ਕਿ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਪ੍ਰੋਜੈਕਟਾਂ ਅਤੇ ਭਾਈਵਾਲਾਂ ਦੀ ਉਚਿਤ ਯੋਗਤਾ ਅਤੇ ਚੋਣ ਹੈ। ਸਸਕੈਟੂਨ ਦੀ ਇੱਕ ਔਰਤ ਨੇ ਆਪਣੀ ਮੌਤ ਅਤੇ ਉਸਦੇ ਬੇਟੇ ਦੀ ਮੌਤ ਦੀ ਝੂਠੀ ਘਟਨਾ ਬਣਾਈ, ਜਿਸ ਦਾ ਔਰਤ ਤੇ ਦੋਸ਼ ਲਗਾਇਆ ਗਿਆ ਅਤੇ ਇਸ ਮਾਮਲੇ 'ਚ ਔਰਤ ਨੂੰ 9 ਵਿੱਚੋਂ 3 ਇਲਜ਼ਾਮਾਂ ਦਾ ਦੋਸ਼ੀ ਮੰਨਿਆ ਗਿਆ ਹੈ। ਡੌਨ ਵਾਕਰ ਨਾਂ ਦੀ ਔਰਤ ਨੇ ਜਾਲੀ ਪਾਸਪੋਰਟ, ਜਾਲੀ ਦਸਤਾਵੇਜ਼ ਰੱਖਣ ਅਤੇ ਹਿਰਾਸਤ ਜਾਂ ਪਾਲਣ ਪੋਸ਼ਣ ਦੇ ਆਦੇਸ਼ ਦੀ ਉਲੰਘਣਾ ਕਰਨ ਵਿੱਚ ਅਗਵਾ ਕਰਨ ਦਾ ਦੋਸ਼ੀ ਮੰਨਿਆ ਹੈ। 49 ਸਾਲਾ ਔਰਤ ਲੰਘੇ ਵੀਰਵਾਰ ਨੂੰ ਸਸਕੈਟੂਨ ਪ੍ਰੋਵਿੰਸ਼ੀਅਲ ਕੋਰਟ 'ਚ ਆਪਣੀ ਹਾਈ ਪ੍ਰੋਫਾਈਲ ਅਟਾਰਨੀ ਮੈਰੀ ਹੈਨਨ ਨਾਲ ਮੌਜੂਦ ਸੀ। ਇਸ ਦੌਰਾਨ ਕੇਸ ਵਿੱਚ ਇੱਕ ਸੰਯੁਕਤ ਸਜ਼ਾ ਦੀ ਬੇਨਤੀ ਵਿੱਚ ਕ੍ਰਾਊਨ ਨੇ 12 ਮਹੀਨਿਆਂ ਦੀ ਸ਼ਰਤੀਆ ਸਜ਼ਾ ਦੀ ਬੇਨਤੀ ਕੀਤੀ, ਜਿਸ ਤੋਂ ਬਾਅਦ 18 ਮਹੀਨਿਆਂ ਦੀ ਪ੍ਰੋਬੇਸ਼ਨ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 24 ਜੁਲਾਈ 2022 ਨੂੰ ਵਾਕਰ ਅਤੇ ਉਸਦੇ ਪੁੱਤਰ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ। ਉਸਦਾ ਟਰੱਕ ਅਤੇ ਸਮਾਨ ਅਗਲੀ ਸਵੇਰ ਸਸਕੈਟੂਨ ਦੇ ਚੀਫ ਵਾਈਟ ਕੈਪ ਪਾਰਕ ਤੋਂ ਮਿਲਿਆ। ਖੋਜ ਤੋਂ ਬਾਅਦ ਪੁਲਿਸ ਅਤੇ ਵਲੰਟੀਅਰਸ ਨੇ ਵਾਕਰ ਜਾਂ ਉਸਦੇ ਬੇਟੇ ਦੇ ਕਿਸੇ ਵੀ ਚਿੰਨ੍ਹ ਲਈ ਪਾਰਕ ਅਤੇ ਨਾਲ ਲੱਗਦੇ ਦੱਖਣੀ ਸਸਕੈਚੁਅਨ ਨਦੀ ਵੱਲ ਔਰਤ ਅਤੇ ਉਸਦੇ ਮੁੰਡੇ ਦੀ ਖੋਜ 'ਚ ਲੱਗੇ ਰਹੇ। ਵਿੱਤੀ ਰਿਕਾਰਡਾਂ ਰਾਹੀਂ ਕੈਨੇਡੀਅਨ ਅਤੇ ਯੂਐਸ ਜਾਂਚਕਰਤਾਵਾਂ ਨੇ ਵਾਕਰ ਅਤੇ ਉਸਦੇ ਪੁੱਤਰ ਨੂੰ ਓਰੇਗਨ ਸਿਟੀ ਵਿੱਚ ਇੱਕ 에ਅਰਬੀਐਨਬੀ ਵਿੱਚ ਲੱਭਿਆ। ਉਸਦੀ ਗ੍ਰਿਫਤਾਰੀ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਵਾਕਰ ਨੇ ਆਪਣੀ ਕਾਰਵਾਈਆਂ ਦਾ ਬਚਾਅ ਕੀਤਾ ਅਤੇ ਕਿਹਾ ਕਿ ਉਸ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਉਸਦੀ ਗ੍ਰਿਫਤਾਰੀ ਤੋਂ ਬਾਅਦ ਸਸਕੈਟੂਨ ਪੁਲਿਸ ਨੇ ਕਿਹਾ ਕਿ ਵਾਕਰ ਨੇ ਪਹਿਲਾਂ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ, ਪਰ ਉਸ ਮਾਮਲੇ 'ਚ ਕੋਈ ਦੋਸ਼ੀ ਨਹੀਂ ਨਿਕਲਿਆ। ਐਲਬਰਟਾ ਅਤੇ ਫੈਡਰਲ ਸਰਕਾਰਾਂ ਕੈਨੇਡਾ ਪੈਨਸ਼ਨ ਯੋਜਨਾ ਨੂੰ ਛੱਡਣ ਦੇ ਪ੍ਰੋਵਿੰਸ ਦੇ ਪ੍ਰਸਤਾਵ ਤੇ ਹੋਣ ਵਾਲੀ ਰਾਸ਼ਟਰੀ ਮੀਟਿੰਗ ਤੋਂ ਪਹਿਲਾਂ ਇੱਕ ਦੂਜੇ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਬਣਨ ਲਈ ਕਹਿ ਰਹੀਆਂ ਹਨ। ਦੋਵਾਂ ਧਿਰਾਂ ਨੇ ਲੰਘੇ ਬੁੱਧਵਾਰ ਨੂੰ ਜਨਤਕ ਪੱਤਰਾਂ ਦਾ ਆਦਾਨ ਪ੍ਰਦਾਨ ਕੀਤਾ, ਕਿਉਂਕਿ ਫੈਡਰਲ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਐਲਬਰਟਾ ਦੀ ਸੀਪੀਪੀ ਐਗਜ਼ਿਟ ਮੁਹਿੰਮ ਅਤੇ ਦੇਸ਼ ਦੇ ਬਾਕੀ ਹਿੱਸਿਆਂ ਲਈ ਇਸ ਦੇ ਪ੍ਰਭਾਵ ਬਾਰੇ ਵਿਚਾਰ ਵਟਾਂਦਰੇ ਲਈ ਕੈਨੇਡਾ ਭਰ ਦੇ ਵਿੱਤ ਮੰਤਰੀਆਂ ਦੀ ਵਰਚੁਅਲ ਮੀਟਿੰਗ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਹੀ ਹੈ। ਐਲਬਰਟਾ ਦੇ ਵਿੱਤ ਮੰਤਰੀ ਨੇਟ ਹੌਰਨਰ ਨੇ ਫਰੀਲੈਂਡ ਨੂੰ ਲਿਖੇ ਆਪਣੇ ਪੱਤਰ ਵਿੱਚ ਜ਼ੋਰ ਦੇ ਕੇ ਕਿਹਾ ਕਿ ਓਟਵਾ ਕੋਲ ਨਿੱਜੀ ਡਾਟਾ ਹੈ ਜੋ ਉਸਦੀ ਸਰਕਾਰ ਦੇ ਦਾਅਵੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿ ਜੇਕਰ ਇਹ ਆਪਣਾ ਪ੍ਰੋਗਰਾਮ ਚਲਾਉਣਾ ਛੱਡਦਾ ਹੈ ਤਾਂ ਐਲਬਰਟਾ ਸੀਪੀਪੀ ਸੰਪਤੀਆਂ ਦੇ 53% ਦਾ ਹੱਕਦਾਰ ਹੈ। ਐਲਬਰਟਾ ਇਸ ਦੁਆਰਾ ਸ਼ੁਰੂ ਕੀਤੇ ਗਏ ਇੱਕ ਤੀਜੀ ਧਿਰ ਦੇ ਵਿਸ਼ਲੇਸ਼ਣ ਦਾ ਹਵਾਲਾ ਦਿੰਦੇ ਹੋਏ ਗਣਨਾ ਕਰਦਾ ਹੈ ਕਿ ਇਸ ਨੂੰ ਸੀਪੀਪੀ ਤੋਂ 334 ਬਿਲੀਅਨ ਡਾਲਰ ਪ੍ਰਾਪਤ ਕਰਨੇ ਚਾਹੀਦੇ ਹਨ, ਜਿਸ ਦਾ ਇੱਕ ਅੰਕੜਾ ਇਸ ਨਾਲ ਜੁੜਿਆ ਹੋਇਆ ਹੈ ਕਿ ਐਲਬਰਟਾ ਆਧਾਰਿਤ ਕਰਮਚਾਰੀਆਂ ਨੇ ਮਿਸ਼ਰਿਤ ਨਿਵੇਸ਼ ਰਿਟਰਨਾਂ ਨਾਲ ਕਿੰਨਾ ਭੁਗਤਾਨ ਕੀਤਾ ਹੈ। ਉੱਥੇ ਹੀ ਅਰਥਸ਼ਾਸਤਰੀ ਅਤੇ ਸੀਪੀਪੀ ਨਿਵੇਸ਼ ਬੋਰਡ ਐਲਬਰਟਾ ਦੀ 15% ਦੀ ਸੀਪੀਪੀ ਆਬਾਦੀ ਦੀ ਨੁਮਾਇੰਦਗੀ ਦੇ ਅਨੁਸਾਰ ਇਸ ਸੰਖਿਆ ਨੂੰ ਬਹੁਤ ਘੱਟ ਅਤੇ ਜ਼ਿਆਦਾ ਮੰਨਦੇ ਹਨ। ਤੁਹਾਨੂੰ ਦੱਸ ਦਈਏ ਕਿ 334 ਬਿਲੀਅਨ ਡਾਲਰ ਬਹਿਸ ਦੇ ਆਲੇ ਦੁਆਲੇ ਕੇਂਦਰੀ ਸੰਖਿਆ ਹੈ ਜੋ 1 ਮਹੀਨਾ ਪਹਿਲਾਂ ਸ਼ੁਰੂ ਹੋਈ ਸੀ ਅਤੇ ਪੂਰੇ ਦੇਸ਼ ਵਿੱਚ ਫੈਲ ਗਈ ਹੈ। ਇਸ ਗੱਲ ਤੇ ਚਿੰਤਾ ਪੈਦਾ ਕਰ ਰਹੀ ਹੈ ਕਿ ਐਲਬਰਟਾ ਦੇ ਬਾਹਰ ਆਉਣ ਦਾ ਸੀਪੀਪੀ ਵਿੱਚ ਹਰੇਕ ਲਈ ਕੀ ਅਰਥ ਹੋਵੇਗਾ। ਕਿਊਬੈਕ ਇਕਲੌਤਾ ਪ੍ਰੋਵਿੰਸ ਹੈ ਜੋ ਰਾਸ਼ਟਰੀ ਯੋਜਨਾ ਦਾ ਹਿੱਸਾ ਨਹੀਂ ਹੈ, ਕਿਉਂਕਿ ਇਸਨੇ 1960 ਦੇ ਦਹਾਕੇ ਦੇ ਅੱਧ ਵਿੱਚ ਜਦੋਂ ਸੀਪੀਪੀ ਦੀ ਸਥਾਪਨਾ ਕੀਤੀ ਸੀ ਤਾਂ ਇਸਨੇ ਆਪਣਾ ਸਿਸਟਮ ਸਥਾਪਿਤ ਕੀਤਾ ਸੀ। ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਐਲਬਰਟਾ ਦੇ ਨਾਲ ਇੱਕ ਸ਼ਮੂਲੀਅਤ ਮੁਹਿੰਮ ਤੇ 7.5 ਮਿਲੀਅਨ ਡਾਲਰ ਖਰਚ ਕਰ ਰਹੀ ਹੈ, ਜੋ ਕਿ ਲਾਭਾਂ ਨੂੰ ਦਰਸਾਉਂਦੀ ਹੈ ਅਤੇ ਸੂਬੇ ਦੇ ਇਕੱਲੇ ਜਾਣ ਦੇ ਜ਼ੋਖਮਾਂ ਨੂੰ ਘੱਟ ਕਰਦੀ ਹੈ। ਇਸ ਦੌਰਾਨ ਫਰੀਲੈਂਡ ਨੇ ਲੰਘੇ ਬੁੱਧਵਾਰ ਨੂੰ ਸਮਿਥ ਨੂੰ ਲਿਖੀ ਆਪਣੀ ਚਿੱਠੀ ਵਿੱਚ ਕਿਹਾ ਕਿ ਐਲਬਰਟਾ ਵਾਸੀਆਂ ਨੂੰ ਸੀਪੀਪੀ ਵਿੱਚ ਰਹਿਣ ਦੇ ਫਾਇਦਿਆਂ ਅਤੇ ਚੋਣ ਛੱਡਣ ਦੇ ਜ਼ੋਖਮਾਂ ਬਾਰੇ ਪੂਰੀ ਤਰ੍ਹਾਂ ਸੂਚਿਤ ਕਰਨ ਦੀ ਲੋੜ ਹੈ। ਫਰੀਲੈਂਡ ਨੇ ਲਿਖਿਆ ਕਿ 2013 ਅਤੇ 2022 ਦੇ ਵਿਚਕਾਰ ਸੀਪੀਪੀ ਇਨਵੈਸਟਮੈਂਟਸ ਨੇ ਦੁਨੀਆ ਵਿੱਚ ਕਿਸੇ ਵੀ ਪੈਨਸ਼ਨ ਫੰਡ ਦਾ ਸਭ ਤੋਂ ਵੱਧ 10 ਸਾਲਾਂ ਦਾ ਰਿਟਰਨ ਦਿੱਤਾ ਹੈ। ਇੱਕ ਕੋਕਰੇਨ ਐਲਬਰਟਾ ਦੀ ਇੱਕ ਮਾਂ ਨੇ ਆਪਣੀ ਧੀ ਲਈ ਇੱਕ ਗੇਮਿੰਗ ਐਪ ਡਾਊਨਲੋਡ ਕਰਨ ਤੋਂ ਬਾਅਦ ਹੈਕ ਕੀਤੇ ਗਏ ਆਨਲਾਈਨ ਖਾਤਿਆਂ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਪਿਛਲੇ 8 ਮਹੀਨੇ ਬਿਤਾਉਣ ਤੋਂ ਬਾਅਦ ਦੂਜਿਆਂ ਨੂੰ ਚੇਤਾਵਨੀ ਦਿੱਤੀ ਹੈ। ਸੁਜ਼ੈਨ ਗਾਰਮਨ ਦੀ 9 ਸਾਲ ਦੀ ਧੀ ਨੇ ਆਪਣੇ ਆਈਪੈਡ ਤੇ ਵੋਲਫ ਆਨਲਾਈਨ 2 ਨੂੰ ਡਾਊਨਲੋਡ ਕਰਨ ਲਈ ਕਿਹਾ ਸੀ। ਉਸ ਦੀ ਮਾਂ ਨੇ ਫਰਵਰੀ ਵਿੱਚ ਐਪਲ ਐਪ ਸਟੋਰ ਤੋਂ ਆਪਣੀ ਧੀ ਦੇ ਡਿਵਾਈਸ ਵਿੱਚ ਗੇਮ ਨੂੰ ਡਾਊਨਲੋਡ ਕੀਤਾ ਸੀ, ਜਿਸ ਤੋਂ ਬਾਅਦ ਉਸਨੇ ਕਦੇ ਵੀ ਇਸ ਨੂੰ ਇੰਸਟਾਲ ਕਰਨ ਤੋਂ ਤੁਰੰਤ ਬਾਅਦ ਆਉਣ ਵਾਲੇ ਭਿਆਨਕ ਸੁਪਨੇ ਦੀ ਉਮੀਦ ਨਹੀਂ ਕੀਤੀ ਹੋਵੇਗੀ।
गार्मन ने कहा कि एक प्रोटैक्टिव मां होने के नाते मैं इस गेम ਨੂੰ ਆਪਣੇ आईपैड ਤੇ ਡਾਊਨਲੋਡ ਕੀਤਾ ਤਾਂ ਜੋ ਮੈਂ ਤੇ ਮੇਰੀ ਧੀ ਇਕੱਠੇ ਇਸ ਗੇਮ ਨੂੰ ਖੇਡ ਸਕੀਏ, ਪਰ ਜਦੋਂ ਉਸਨੇ ਦੂਜੇ ਗੇਮਰਸ ਵੱਲੋਂ ਕੰਟੈਕਟ ਕਰਨਾ ਸ਼ੁਰੂ ਕੀਤਾ ਗਿਆ ਤਾਂ ਉਸ ਨੂੰ ਸ਼ੱਕ ਹੋ ਗਿਆ ਅਤੇ ਹੋਰ 2-3 ਚੀਜ਼ਾਂ ਤੋਂ ਬਾਅਦ ਉਸਨੇ ਗੇਮ ਨੂੰ ਡਿਲੀਟ ਕਰ ਦਿੱਤਾ। गार्मन ने कहा कि इस तो बाद हैकर्स ने उसका एप्पल आईडी यूजरनेम ਅਤੇ ਪਾਸਵਰਡ ਨੂੰ ਬਦਲ ਦਿੱਤਾ ਤੇ ਉਸਦੇ ਹਰ ਖਾਤੇ ਨੂੰ ਤੋੜ ਦਿੱਤਾ। ਉਹ ਕਹਿੰਦੀ ਹੈ ਕਿ ਇਹ ਲਗਾਤਾਰ ਨਵੇਂ ਖਾਤੇ, ਪਾਸਵਰਡ, ਈਮੇਲ ਆਦਿ ਨੂੰ ਬਦਲਣ ਜਾਂ ਬਣਵਾਉਣ ਦੇ ਬਾਵਜੂਦ ਜਾਰੀ ਰਿਹਾ। हैकर्स ने उसकी बैंकिंग इन्फॉर्मेशन, टैक्स इन्फॉर्मेशन ਅਤੇ ਹੋਰ ਜ਼ਰੂਰੀ ਡਾਕੂਮੈਂਟਸ ਹੈਕ ਕਰ ਲਏ ਹਨ। ਇੱਥੋਂ ਤੱਕ ਕਿ ਉਸਦੇ ਫੋਨ ਦੀ ਫੋਟੋਗ੍ਰਾਫਸ ਤੱਕ ਤੋਂ ਗਾਰਮਨ ਦਾ ਐਕਸੈਸ ਹੈਕ ਕਰ ਲਿਆ ਗਿਆ ਸੀ। ਗਾਰਮਨ ਨੇ ਇਸ ਤੋਂ ਬਾਅਦ ਐਪਲ ਐਪ ਸਟੋਰ ਨਾਲ ਸੰਪਰਕ ਕੀਤਾ ਤਾਂ ਕਿ ਇਹ ਗੇਮ ਐਪਲ ਐਪ ਸਟੋਰ ਤੋਂ ਰਿਮੂਵ ਕਰ ਦਿੱਤੀ ਜਾਵੇ, ਪਰ ਐਪਲ ਵੱਲੋਂ ਅਜੇ ਇਸ ਇਨਫੋਰਮੇਸ਼ਨ ਬਾਰੇ ਜਾਂਚ ਕੀਤੀ ਜਾ ਰਹੀ ਹੈ। राष्ट्रपति व्लादिमीर पुतिन ने लंघे वीरवार ਨੂੰ रूस द्वारा व्यापक न्यूक्लियर टेस्ट बैन ट्रीटी ਦੀ ਪ੍ਰਵਾਨਗੀ ਨੂੰ ਰੱਦ ਕਰਨ ਵਾਲੇ ਇੱਕ ਕਾਨੂੰਨ ਤੇ ਹਸਤਾਖਰ ਕੀਤੇ। ਇੱਕ ਅਜਿਹਾ ਕਦਮ ਜੋ ਉਸਨੇ ਕਿਹਾ ਕਿ ਮਾਸਕੋ ਨੂੰ ਸੰਯੁਕਤ ਰਾਜ ਦੇ ਨਾਲ ਲਾਈਨ ਵਿੱਚ ਲਿਆਉਣ ਲਈ ਤਿਆਰ ਕੀਤਾ ਗਿਆ ਹੈ। रूस ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਪ੍ਰੀਖਣ ਮੁੜ ਸ਼ੁਰੂ ਨਹੀਂ ਕਰੇਗਾ ਜਦੋਂ ਤੱਕ ਵਾਸ਼ਿੰਗਟਨ ਨਹੀਂ ਕਰਦਾ ਅਤੇ ਇਹ ਕਿ ਇਸ ਦੀ ਪ੍ਰਮਾਣਿਕਤਾ ਨੂੰ ਆਪਣੀ ਪਰਮਾਣੂ ਸਥਿਤੀ ਜਾਂ ਇਸ ਦੀਆਂ ਪਰਮਾਣੂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਤਰੀਕੇ ਨੂੰ ਨਹੀਂ ਬਦਲਦਾ। ਵਾਸ਼ਿੰਗਟਨ ਨੇ ਦਸਤਖਤ ਕੀਤੇ ਸਨ ਪਰ 1996 ਦੀ ਸੰਧੀ ਦੀ ਪੁਸ਼ਟੀ ਨਹੀਂ ਕੀਤੀ ਸੀ ਅਤੇ ਪੁਤਿਨ ਨੇ ਕਿਹਾ ਸੀ ਕਿ ਉਹ ਚਾਹੁੰਦਾ ਹੈ ਕਿ ਰੂਸ ਜਿਸ ਨੇ ਸਮਝੌਤੇ ਤੇ ਦਸਤਖਤ ਕੀਤੇ ਅਤੇ ਇਸ ਦੀ ਪੁਸ਼ਟੀ ਕੀਤੀ ਸੀ, ਸੰਧੀ ਤੇ ਸੰਯੁਕਤ ਰਾਜ ਵਾਂਗ ਹੀ ਰੁਖ ਅਪਣਾਏ। ਅਮਰੀਕਾ ਤੋਂ ਇਲਾਵਾ ਚੀਨ, ਭਾਰਤ, ਪਾਕਿਸਤਾਨ, ਉੱਤਰੀ ਕੋਰੀਆ, ਇਜ਼ਰਾਈਲ, ਈਰਾਨ ਅਤੇ ਮਿਸਰ ਦੁਆਰਾ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ। ਹਾਲਾਂਕਿ ਉਮੀਦ ਕੀਤੀ ਜਾਂਦੀ ਹੈ ਕਿ ਇਹ ਕਦਮ ਸੰਯੁਕਤ ਰਾਜ ਅਤੇ ਰੂਸ ਵਿਚਕਾਰ ਡੂੰਘੀ ਠੰਡਕ ਦਾ ਸਬੂਤ ਹੈ, ਜਿਨ੍ਹਾਂ ਦੇ ਸੰਬੰਧ 1962 ਦੇ ਕਿਊਬਾ ਮਿਜ਼ਾਈਲ ਸੰਕਟ ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਹਨ। ਮੁੱਖ ਤੌਰ ਤੇ ਯੂਕਰੇਨ ਵਿੱਚ ਲੜਾਈ ਅਤੇ ਮਾਸਕੋ ਜਿਸ ਨੂੰ ਵਾਸ਼ਿੰਗਟਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਜੋਂ ਪੇਸ਼ ਕਰਦਾ ਹੈ। ਇੱਕ ਨਵੀਂ ਮਲਟੀਪੋਲਰ ਵਿਸ਼ਵ ਵਿਵਸਥਾ ਦਾ ਉਭਾਰ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਰੂਸ ਨੇ ਸਾਈਟ ਨਿਰੀਖਣ ਤੇ ਨਵੀਂ START ਸਟਾਰਟ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ, ਜਦੋਂ ਕਿ ਅਮਰੀਕਾ ਨੇ 2020 ਵਿੱਚ ਕਥਿਤ ਉਲੰਘਣਾਵਾਂ ਦਾ ਹਵਾਲਾ ਦਿੰਦੇ ਹੋਏ ਨਿਰੀਖਣ ਉਡਾਨਾਂ ਦੇ ਵੇਰਵਿਆਂ ਨੂੰ ਸੰਚਾਰ ਕਰਨ ਤੇ ਓਪਨ ਸਕਾਈ ਸੰਧੀ ਤੋਂ ਬਾਹਰ ਕੱਢ ਲਿਆ ਸੀ। ਇੱਕ ਆਸਟ੍ਰੇਲੀਆਈ ਔਰਤ ਤੇ ਆਪਣੇ ਸਾਬਕਾ ਸਹੁਰੇ ਅਤੇ ਹੋਰਾਂ ਨੂੰ ਦੁਪਹਿਰ ਦੇ ਖਾਣੇ ਵਿੱਚ ਮਾਰੂ ਮਸ਼ਰੂਮਸ ਨਾਲ ਜ਼ਹਿਰ ਦੇਣ ਦੇ ਸ਼ੱਕ ਵਿੱਚ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਕਈ ਦੋਸ਼ ਲਗਾਏ ਗਏ ਹਨ। ਜਾਣਕਾਰੀ ਮੁਤਾਬਕ ਐਰਿਨ ਪੈਟਰਸਨ ਦੁਆਰਾ ਜੁਲਾਈ ਵਿੱਚ ਮਹਿਮਾਨਾਂ ਨੂੰ ਬੀਫ ਵੈਲਿੰਗਟਨ, ਇੱਕ ਪਕਵਾਨ ਜਿਸ ਵਿੱਚ ਮਸ਼ਰੂਮ ਸ਼ਾਮਲ ਸੀ, ਪਰੋਸਣ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਕਿ 3 ਕਤਲ ਦੇ ਦੋਸ਼ ਦੁਪਹਿਰ ਦੇ ਖਾਣੇ ਨਾਲ ਸੰਬੰਧਿਤ ਹਨ, ਕਤਲ ਦੀ ਕੋਸ਼ਿਸ਼ ਦੇ 5 ਵਿੱਚੋਂ 3 ਦੋਸ਼ 2021-22 ਦਰਮਿਆਨ ਵੱਖ-ਵੱਖ ਘਟਨਾਵਾਂ ਨਾਲ ਜੁੜੇ ਹੋਏ ਹਨ। ਹਾਲਾਂਕਿ ਪੈਟਰਸਨ ਦਾ ਕਹਿਣਾ ਹੈ ਕਿ ਉਹ ਨਿਰਦੋਸ਼ ਹੈ। ਉਸਨੇ ਕਿਹਾ ਕਿ ਉਸਨੇ 29 ਜੁਲਾਈ ਨੂੰ ਵਿਕਟੋਰੀਆ ਸ਼ਹਿਰ ਲਿਓਨਗਾਥਾ ਵਿੱਚ ਆਪਣੇ ਘਰ ਵਿੱਚ ਪਰਿਵਾਰਕ ਦੁਪਹਿਰ ਦੇ ਖਾਣੇ ਵਿੱਚ ਆਪਣੇ ਮਹਿਮਾਨਾਂ ਨੂੰ ਜਾਣ-ਬੁੱਝ ਕੇ ਜ਼ਹਿਰ ਨਹੀਂ ਦਿੱਤਾ ਸੀ, ਪਰ ਟੌਕਸੀਕੋਲੋਜੀ ਰਿਪੋਰਟਾਂ ਦੱਸਦੀਆਂ ਹਨ ਕਿ ਪੀੜਤਾ ਨੇ ਡੈਥ ਕੈਪ ਮਸ਼ਰੂਮਸ ਦਾ ਸੇਵਨ ਕੀਤਾ ਸੀ। BBC ਦੀ ਰਿਪੋਰਟ ਮੁਤਾਬਕ ਮਿਸ ਪੈਟਰਸਨ ਦੇ ਸਾਬਕਾ ਪਤੀ ਸਾਈਮਨ ਪੈਟਰਸਨ ਨੂੰ ਵੀ ਖਾਣੇ ਤੇ ਬੁਲਾਇਆ ਗਿਆ ਸੀ, ਪਰ ਉਹ ਆਖਰੀ ਸਮੇਂ ਤੇ ਲੋਕੇਸ਼ਨ ਤੇ ਪੁੱਜਣ 'ਚ ਅਸਮਰਥ ਰਹੇ। 3 ਕਤਲ ਦੇ ਦੋਸ਼ਾਂ ਦੇ ਨਾਲ ਮਿਸ ਪੈਟਰਸਨ ਤੇ ਜੁਲਾਈ ਤੇ ਦੁਪਹਿਰ ਦੇ ਖਾਣੇ ਨਾਲ ਸੰਬੰਧਿਤ 2 ਕਤਲ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਦਾ ਵੇਰਵਾ ਨਹੀਂ ਦਿੱਤਾ ਹੈ। ਹਾਲਾਂਕਿ ਇਹ ਦੱਸਿਆ ਗਿਆ ਹੈ ਕਿ ਖਾਣੇ ਤੇ ਮਹਿਮਾਨਾਂ ਵਿੱਚੋਂ ਇੱਕ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ, ਪਰ ਉਹ ਬਚ ਗਿਆ। ਐਰਿਨ ਪੈਟਰਸਨ ਨੇ ਕਿਹਾ ਕਿ ਪੇਟ ਦੇ ਦਰਦ ਕਾਰਨ ਮਿਸ ਪੈਟਰਸਨ ਨੂੰ ਖਾਣੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ ਅਤੇ ਉਸ ਨੂੰ ਖਾਰੇ ਦੀ ਡ੍ਰਿਪ ਤੇ ਪਾ ਦਿੱਤਾ ਗਿਆ ਸੀ ਅਤੇ ਲੀਵਰ ਦੇ ਨੁਕਸਾਨ ਤੋਂ ਬਚਾਉਣ ਲਈ ਦਵਾਈ ਦਿੱਤੀ ਗਈ ਸੀ। ਉਸਨੇ ਕਿਹਾ ਕਿ ਉਸਨੇ ਇੱਕ ਸੁਪਰਮਾਰਕੀਟ ਤੋਂ ਖਰੀਦੇ ਬਟਨ ਮਸ਼ਰੂਮ ਅਤੇ ਬਹੀਨ ਲਈ ਪਹਿਲਾਂ ਇੱਕ ਏਸ਼ੀਆਈ ਕਰਿਆਨੇ ਵਿੱਚ ਖਰੀਦੇ ਗਏ ਸੁੱਕੇ ਮਸ਼ਰੂਮਾਂ ਦੇ ਮਿਸ਼ਰਣ ਦੀ ਵਰਤੋਂ ਕਰਕੇ ਬੀਫ ਵੈਲਿੰਗਟਨ ਬਣਾਇਆ ਸੀ। ਫਿਲਹਾਲ ਮਿਸ ਪੈਟਰਸਨ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। 1996 ਵਿੱਚ ਫੇਮਸ ਰੈਪਰ ਟੁਪੈਕ ਸ਼ਕੂਰ ਦੇ ਕਤਲ ਲਈ ਇੱਕ ਸਾਬਕਾ ਗੈਂਗ ਲੀਡਰ ਨੇ ਦੋਸ਼ੀ ਨਾ ਹੋਣ ਦੀ ਅਦਾਲਤ ਵਿੱਚ ਬੇਨਤੀ ਪਾਈ ਹੈ। ਡੁਏਨ ਕੈਫੇਡੀ ਡੇਵਿਸ 60 ਨੇ ਲਾਸ ਵੇਗਾਸ ਦੀ ਇੱਕ ਅਦਾਲਤ ਵਿੱਚ ਪੇਸ਼ੀ ਦੌਰਾਨ ਪਟੀਸ਼ਨ ਦਾਖਲ ਕੀਤੀ ਅਤੇ ਉਸ ਦੀ ਨੁਮਾਇੰਦਗੀ ਲਈ ਇੱਕ ਵਕੀਲ ਨਿਯੁਕਤ ਕੀਤਾ ਗਿਆ ਸੀ। ਸ਼ਕੂਰ 25 ਸਾਲ ਦਾ ਸੀ ਜਦੋਂ ਉਸ ਨੂੰ ਲਾਸ ਵੇਗਾਸ ਵਿੱਚ ਇੱਕ ਡਰਾਈਵ ਬਾਏ ਹਮਲੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਮਿਸਟਰ ਡੇਵਿਸ ਤੇ ਸਤੰਬਰ ਵਿੱਚ ਦੋਸ਼ ਲਗਾਇਆ ਗਿਆ ਸੀ ਅਤੇ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਉਸਨੇ ਇੱਕ ਕੈਸੀਨੋ ਵਿੱਚ ਸ਼ਕੂਰ ਨਾਲ ਲੜਾਈ ਤੋਂ ਬਾਅਦ ਆਪਣੇ ਭਤੀਜੇ ਨਾਲ ਗੋਲੀਬਾਰੀ ਦੀ ਯੋਜਨਾ ਬਣਾਈ ਸੀ। ਪੁਲਿਸ ਨੇ ਇਹ ਵੀ ਕਿਹਾ ਕਿ ਮਿਸਟਰ ਡੇਵਿਸ ਨੂੰ ਇੱਕ ਅਣਪਛਾਤੇ ਸਾਥੀ ਤੋਂ ਬੰਦੂਕ ਮਿਲੀ ਸੀ ਅਤੇ ਮਿਸਟਰ ਡੇਵਿਸ ਦੇ ਮੀਡੀਆ ਆਊਟਲੈਟਾਂ ਵਿੱਚ ਆਪਣੇ ਦਾਖਲੇ ਦਾ ਜ਼ਿਕਰ ਕੀਤਾ ਗਿਆ ਸੀ ਕਿ ਉਹ ਉਸ ਗੱਡੀ ਵਿੱਚ ਸੀ ਜਿੱਥੋਂ ਗੋਲੀਆਂ ਚਲਾਈਆਂ ਗਈਆਂ ਸਨ।
ਗੋਲੀਬਾਰੀ ਦੇ ਸਮੇਂ ਮਿਸਟਰ ਡੇਵਿਸ ਦੇ ਨਾਲ ਕਾਰ ਵਿੱਚ ਸਵਾਰ 3 ਵਿਅਕਤੀ ਜਿਸ ਵਿੱਚ ਉਸ ਦਾ ਭਤੀਜਾ ਵੀ ਸ਼ਾਮਲ ਸੀ, ਉਸ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਹੈ ਕਿ ਅਸਲ ਵਿੱਚ ਬੰਦੂਕ ਕਿਸਨੇ ਚਲਾਈ। ਸ਼ਕੂਰ, ਜਿਸ ਦਾ ਸਟੇਜ ਨਾਮ 2 ਪੈਕ ਦੇ ਰੂਪ ਵਿੱਚ ਸਟਾਈਲ ਕੀਤਾ ਗਿਆ ਸੀ, ਉਸ ਨੂੰ ਵਿਆਪਕ ਤੌਰ ਤੇ ਹਿਪ ਹੌਪ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੇ ਵੀ ਟੂਪੈਕ ਸ਼ਕੂਰ ਦਾ ਆਪਣੇ ਗਾਣੇ ਲਾਸਟ ਰਾਈਡ 'ਚ ਜ਼ਿਕਰ ਕੀਤਾ ਸੀ। ਉਸਨੇ ਕੈਲੀਫੋਰਨੀਆ, ਲਵ, ਆਲ ਆਈਜ਼ ਔਨ ਮੀ ਅਤੇ ਚੇਨ ਸਮੇਤ ਹਿੱਟ ਗੀਤਾਂ ਦੇ ਨਾਲ ਚਾਰਟ ਦੀ ਸਫਲਤਾ ਦਾ ਆਨੰਦ ਲੈਂਦੇ ਹੋਏ ਦੁਨੀਆ ਭਰ ਵਿੱਚ 75 ਮਿਲੀਅਨ ਤੋਂ ਵੱਧ ਰਿਕਾਰਡ ਵੇਚੇ। ਜੂਨ ਵਿੱਚ ਰੈਪਰ ਨੂੰ ਹਾਲੀਵੁੱਡ ਵਾਕ ਆਫ ਫੇਮ ਵਿੱਚ ਮਰਨ ਉਪਰੰਤ ਸਟਾਰ ਮਿਲਿਆ। ਮਿਸਟਰ ਡੇਵਿਸ ਦੀ ਗ੍ਰਿਫਤਾਰੀ ਤੋਂ ਥੋੜੀ ਦੇਰ ਬਾਅਦ ਆਯੋਜਿਤ ਇੱਕ ਨਿਊਜ਼ ਕਾਨਫਰੰਸ ਵਿੱਚ ਪੁਲਿਸ ਨੇ 7 ਸਤੰਬਰ 1996 ਤੋਂ ਹੋਟਲ ਸੁਰੱਖਿਆ ਫੁਟੇਜ ਦਿਖਾਈ, ਜਿਸ ਵਿੱਚ ਕਈ ਆਦਮੀ ਇੱਕ ਵਿਅਕਤੀ ਨੂੰ ਲੱਤ ਮਾਰਦੇ ਅਤੇ ਮੁੱਕਾ ਮਾਰਦੇ ਹੋਏ ਦਿਖਾਈ ਦਿੰਦੇ ਹਨ, ਜਿਸ ਦੀ ਪਛਾਣ ਉਹਨਾਂ ਨੇ ਸ਼ੱਕੀ ਦੇ ਮਰਹੂਮ ਭਤੀਜੇ ਔਰਲੈਂਡੋ ਐਂਡਰਸਨ ਵਜੋਂ ਕੀਤੀ ਸੀ। ਪੁਲਿਸ ਨੇ ਕਿਹਾ ਕਿ ਇਹ ਆਖਰਕਾਰ ਸ਼ਕੂਰ ਦੀ ਜਵਾਬੀ ਗੋਲੀਬਾਰੀ ਦੀ ਅਗਵਾਈ ਕਰਦਾ ਹੈ, ਕਿਉਂਕਿ ਉਹ ਲਾਲ ਬੱਤੀ ਤੇ ਆਪਣੀ ਕਾਰ ਵਿੱਚ ਉਡੀਕ ਕਰ ਰਿਹਾ ਸੀ ਅਤੇ ਉਸ ਵੇਲੇ ਸ਼ਕੂਰ ਦੀ 6 ਦਿਨਾਂ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ ਸੀ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।